ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਖੂਨੀ ਦਿਨ ਹੈ ਜੀ। ਖੂਨ ਨਾਲ ਭਰੇ ਹੋਏ ਪੱਤਰੇ। ਅੱਜ ਦੇ ਦਿਨ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੋਵਾਂ ਦੀਆਂ ਸ਼ਹਾਦਤਾਂ ਚਮਕੌਰ ਦੀ ਗੜੀ ਉਸ ਮੈਦਾਨੀ ਜੰਗ ਵਿੱਚ ਹੋਈਆਂ। ਆਪਾਂ ਪਿੱਛੋਂ ਤੋਂ ਚੱਲਦੇ ਆ ਰਹੇ ਹਾਂ, ਇਤਿਹਾਸ ਨੂੰ ਵਾਚਦੇ ਆ ਰਹੇ ਹਾਂ। ਜਿੰਨੀ ਕੁ ਮੱਤ ਬੁੱਧ ਵਾਹਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਨੂੰ, ਇਤਿਹਾਸ ਨੂੰ ਆਪਣੇ ਬੱਚਿਆਂ ਤੱਕ, ਆਪਣੇ ਪਰਿਵਾਰਾਂ ਤੱਕ, ਸੰਗਤ ਤੱਕ ਪਹੁੰਚਾ ਸਕੀਏ। ਅਸੀਂ ਵੀ ਕੋਈ ਬਾਤ ਪਾ ਸਕੀਏ ਉਹਨਾਂ ਦੀ। ਸੋ ਆਓ ਅੱਜ ਦਾ ਦਿਨ ਜੋ ਕੁਝ ਵਾਪਰਿਆ ਉਹਦੇ ਬਾਰੇ ਵਿਚਾਰ ਕਰੀਏ, ਉਹਦੇ ਬਾਰੇ ਬਾਤ ਪਾਈ। ਆਪਣੀ ਮਨ ਇਕਾਗਰਤਾ ਨੂੰ ਇਕੱਠਿਆਂ ਕਰੋ ਤੇ ਉਸ ਦ੍ਰਿਸ਼ ਨੂੰ ਵੇਖੀਏ ਕਿ ਚਮਕੌਰ ਦੀ ਗੜੀ ਦਾ ਜਿਹੜਾ ਸੂਰਜ ਅੱਜ ਸਵੇਰ ਦਾ ਚੜ੍ਹਿਆ ਉਹ ਕਿਸ ਤਰ੍ਹਾਂ ਦਾ ਚੜ੍ਹਿਆ। ਅੰਮ੍ਰਿਤ ਵੇਲਾ ਹੋਇਆ। ਚਮਕੌਰ ਦੀ ਗੜੀ ਵਿੱਚ 40 ਸਿੰਘ ਨੇ, ਵੱਡੇ ਸਾਹਿਬਜ਼ਾਦੇ ਨੇ, ਗੁਰੂ ਪਾਤਸ਼ਾਹ ਆਪ ਨੇ। ਸਵੇਰੇ ਅੰਮ੍ਰਿਤ ਵੇਲੇ ਸਿੰਘ ਉੱਠਦੇ ਨੇ। ਉਹ ਕੀ ਵੇਖਦੇ ਨੇ ਕਿ ਗੁਰੂ ਪਾਤਸ਼ਾਹ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਤੂੰ ਹੀ ਦਾ ਸਿਮਰਨ ਕਰਦੇ ਨੇ। ਸਭ ਨੇ ਇਸ਼ਨਾਨ ਪਾਣੀ ਕੀਤਾ, ਨਿਤਨੇਮ ਹੋਇਆ। ਗੁਰੂ ਪਾਤਸ਼ਾਹ ਨੇ ਤਿਆਰੀਆਂ ਕੀਤੀਆਂ ਕਿਉਂਕਿ ਪਤਾ ਸੀ ਕਿ ਅੱਜ ਦਾ ਯੁੱਧ ਜਿਹੜਾ ਹੈ ਉਹ ਫੈਸਲਕ ਯੁੱਧ ਹੋਏਗਾ। ਅੱਜ ਦਾ ਜਿਹੜਾ ਯੁੱਧ ਹੈ ਉਹ ਇੱਕ ਘਮਸਾਨ ਦਾ ਯੁੱਧ ਹੋਏਗਾ। ਗੜੀ ਦੇ ਉੱਪਰ ਚੜ੍ਹ ਕੇ ਮਹਾਰਾਜ ਨੇ ਜਦੋਂ ਵੇਖਿਆ, ਦੂਰ ਤੱਕ ਧੁੰਦ ਸੀ, ਤਾਂ ਨਾਲ ਉਹ ਵੇਖਦੇ ਨੇ ਕਿ ਫੌਜਾਂ ਚੜ੍ਹੀਆਂ ਆ ਰਹੀਆਂ ਨੇ। 10 ਲੱਖ ਫੌਜ ਦਾ ਦੂਰ ਤੱਕ ਘੇਰਾ, ਦੂਰ ਤੱਕ ਸਿਰ ਨੇ ਜਿਹੜੇ ਉਹ ਨਜ਼ਰ ਆਉਂਦੇ ਨੇ। ਘੋੜੇ ਹਿਣਕਦੇ ਨੇ, ਨਗਾਰੇ ਵੱਜਦੇ ਤੁਰੇ ਆਉਂਦੇ ਨੇ। ਤੇ ਨੇੜੇ ਆ ਕੇ ਵਜ਼ੀਰ ਖਾਨ ਨੇ ਇਹ ਐਲਾਨ ਕੀਤਾ, ਸਪੀਚ ਕਰਵਾਈ, ਅਨਾਉਂਸਮੈਂਟ ਕਰਵਾਈ ਗੁਰੂ ਪਾਤਸ਼ਾਹ ਨੂੰ ਕਿ ਤੁਸੀਂ ਆਪਣੇ ਸਾਹਿਬਜ਼ਾਦਿਆਂ ਸਮੇਤ, ਆਪਣੇ ਸਿੰਘਾਂ ਸਮੇਤ ਇੱਕ ਵਾਰ ਬਾਹਰ ਆ ਜਾਓ, ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਓ, ਅਸੀਂ ਕੁਝ ਨਹੀਂ ਕਵਾਂਗੇ। ਇਹ ਡੌਂਡੀ ਪਿੱਟੀ ਜਾ ਰਹੀ ਸੀ। ਉਹਦਾ ਜਵਾਬ ਮਹਾਰਾਜ ਨੇ ਤੀਰਾਂ ਨਾਲ ਦਿੱਤਾ। ਜਦੋਂ ਤੀਰਾਂ ਦੀ ਵਿਛਾੜ ਹੋਈ ਤਾਂ ਬਹੁਤ ਸਾਰੇ ਜਿਹੜੇ ਸਰੀਰ ਸੀ ਬਾਹਰ ਉਹ ਲੋਥਾਂ ਵਿੱਚ ਬਦਲ ਗਏ। ਤਾਂ ਫੌਜ ਵੱਲੋਂ ਵੀ ਮਾਰ ਲਓ, ਚੁੱਕ ਲਓ, ਫਟਾਫਟ ਜੋ ਨਾਰੇ ਲੱਗਣੇ, ਅੱਲਾਹ ਅਕਬਰ ਦੇ, ਅਲੀ ਅਲੀ ਦੇ ਨਾਰੇ ਜਦੋਂ ਲੱਗੇ, ਜੋਸ਼ ਆਇਆ ਤਾਂ ਇੱਕਦਮ ਤੇਜ਼ ਹੱਲਾ ਬੋਲਿਆ ਗਿਆ। ਉਸ ਤੇਜ਼ ਹੱਲੇ ਵਿੱਚ ਜਿਹੜੇ ਜਰਨੈਲ ਸਨ, ਨਾਮੀ ਜਰਨੈਲ, ਉਹ ਅੱਗੇ ਆਏ। ਇਸ ਦਾ ਵਰਣਨ ਗੁਰੂ ਪਾਤਸ਼ਾਹ ਆਪ ਜ਼ਫਰਨਾਮੇ ਵਿੱਚ ਕਰਦੇ ਨੇ। ਉਹ ਦੱਸਦੇ ਨੇ ਕਿ ਕਿਸ ਤਰ੍ਹਾਂ ਜੋਸ਼ ਵਿੱਚ ਆ ਕੇ ਨਾਹਰ ਖਾਨ, ਜਿਹੜਾ ਕਿ ਬਹੁਤ ਤਕੜਾ ਜਰਨੈਲ ਹੋਇਆ, ਨਾਹਰ ਖਾਨ, ਉਹ ਗੜੀ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਨੂੰ, ਬਾਹਰੋਂ ਬਣੀਆਂ ਹੋਈਆਂ ਕੁਛ, ਉਹਨਾਂ ਦੇ ਵਿੱਚ ਹੱਥ ਪਾ ਕੇ ਜਦੋਂ ਉਹਨੇ ਸਿਰ ਉੱਪਰ ਚੁੱਕਿਆ ਤੇ ਯਾ ਅਲੀ ਕਿਹਾ, ਤਾਂ ਦਸਮ ਪਾਤਸ਼ਾਹ ਮਹਾਰਾਜ ਨੇ, ਕਿਉਂਕਿ ਇਹ ਆਪਾਂ ਜਾਣਦੇ ਚੰਗੀ ਤਰ੍ਹਾਂ ਸਾਰੇ, ਮਹਾਰਾਜ ਨੇ ਇਹ ਬਾਣੀ ਵਿੱਚ ਵੀ ਸਪਸ਼ਟ ਕੀਤਾ ਆਪਣੇ ਆਪ ਨੂੰ। ਔਰੰਗਜ਼ੇਬ ਨੂੰ ਕਹਿੰਦਿਆਂ ਹੋਏ ਵੀ ਗੱਲ ਕਹੀ ਹੈ ਕਿ ਮੇਰੀ ਕਰਾਮਾਤ ਨਹੀਂ, ਇਹ ਮੇਰਾ ਅਭਿਆਸ ਸੀ। ਗੁਰੂ ਮਹਾਰਾਜ ਆਵਾਜ਼ ਤੇ ਤੀਰ ਮਾਰ ਦਿੰਦੇ ਸਨ। ਜਿੱਧਰੋਂ ਆਵਾਜ਼ ਆਈ, ਨਾਹਰ ਖਾਨ ਦੇ ਤੀਰ ਜ਼ਬਾਨ 'ਚੋਂ ਹੁੰਦਾ ਹੋਇਆ ਸਿਰ ਤੋਂ ਪਾਰ ਹੋ ਗਿਆ। ਉਹ ਥੱਲੇ ਡਿੱਗਿਆ,
ਜੋਸ਼ ਵਿੱਚ ਆਇਆ ਹੋਇਆ ਗਨੀ ਖਾਂ ਪਠਾਨ ਹੈ, ਗਨੀ ਖਾਂ ਪਠਾਨ ਜਦੋਂ ਉੱਪਰ ਆਇਆ, ਉਹਨੇ ਆਪਣਾ ਸਿਰ ਉੱਪਰ ਚੁੱਕਿਆ ਤਾਂ ਮਹਾਰਾਜ ਨੇ ਗੁਰਜ ਨਾਲ ਸਿਰ ਮਾਰ ਭੰਨ ਕੇ ਉਹਦਾ ਦੁਆਣੇ ਵਾਂਗੂ ਥੱਲੇ ਸੁੱਟਿਆ। ਇਹ ਲੜਾਈ ਦਾ ਆਰੰਭ ਹੋਇਆ ਤੇ ਮਹਾਰਾਜ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਤੇਰਾ ਅਹਿਮਦ ਅਲੀ, ਜਿਹਨੂੰ ਮਹਾਰਾਜ ਮਰਦੂਦ ਲਿਖਦੇ ਨੇ ਕਿ ਇਹ ਔਰੰਗਜ਼ੇਬ ਤੇਰਾ ਭੇਜਿਆ ਹੋਇਆ ਅਹਿਮਦ ਅਲੀ ਖਾਨ, ਕਿਉਂਕਿ ਦਿੱਲੀ ਦਾ ਜਰਨੈਲ ਸੀ, ਬਹੁਤ ਵੱਡਾ ਜਰਨੈਲ ਸੀ, ਜਿਹਨੂੰ ਤੂੰ ਕਹਿੰਦਾ ਸੀ ਕਿ ਜਿਹੜਾ ਕਹਿੰਦਾ ਕਿ ਸ਼ੇਰ ਦੇ ਜਵਾੜੇ ਪਾੜ ਦਿੰਦਾ, ਉਹ ਡਰਦਾ ਮਾਰਾ ਕੰਧ ਦੇ ਉੱਲੇ ਬੈਠਾ ਰਿਹਾ। ਜੇ ਕਿਤੇ ਬਾਹਰ ਆ ਜਾਂਦਾ ਇੱਕ ਤੀਰ ਅਸੀਂ ਉਹਨੂੰ ਵੀ ਬਖਸ਼ ਦਿੰਦੇ। ਦੋ ਜਰਨੈਲਾਂ ਨੂੰ ਮਰਵਾ ਕੇ, ਬਹੁਤ ਸਾਰੀ ਫੌਜ ਮਰਵਾ ਕੇ ਫੌਜ ਪਿੱਛੇ ਹਟ ਗਈ, ਕਿਉਂਕਿ ਚਾਰੇ ਪਾਸੇ ਸਿੰਘਾਂ ਨੇ ਡੇਰੇ ਲਾਏ ਹੋਏ ਸਨ, ਉੱਪਰ ਤੀਰਾਂ ਦੀ ਵਿਛਾੜ ਕੀਤੀ, ਪਿੱਛੇ ਹਟ ਗਏ। ਹੁਣ ਕੀ ਵੇਖਦੇ ਨੇ ਇਸ ਗੱਲ ਨੂੰ ਕਿ ਮਰਦੂਦ ਨੇ ਕੀ ਕੀਤਾ, ਆਪਣਾ ਏਲਚੀ ਭੇਜਿਆ, ਚਿੱਟਾ ਝੰਡਾ ਦੇ ਕੇ ਅੰਦਰ ਏਲਚੀ ਭੇਜਿਆ। ਇਹ ਦੇਖਣ ਵਾਸਤੇ ਚਲਾਕੀ ਸੀ, ਇਹ ਵੇਖਣ ਵਾਸਤੇ ਕਿ ਅੰਦਰ ਕਿੰਨੇ ਕੁ ਸਿੰਘ ਨੇ, ਉਹਨਾਂ ਕੋਲੇ ਕਿੰਨਾ ਕੁ ਅਸਲਾ ਹੈ, ਕਿੰਨੀਆਂ ਕੁ ਉਹਨਾਂ ਕੋਲੇ ਸ਼ਸਤਰ ਨੇ, ਕਿਹੋ ਜਿਹੇ ਨੇ। ਇਹ ਵੇਖਣ ਵਾਸਤੇ ਉਹ ਜਦੋਂ ਅੰਦਰ ਆਇਆ, ਗੇਟ ਖੁੱਲ੍ਹਿਆ, ਕਿਉਂਕਿ ਗੇਟ ਦੇ ਉੱਤੇ ਡਿਊਟੀ ਲਾਈ ਸੀ ਮਹਾਰਾਜ ਨੇ ਸਿੰਘਾਂ ਦੀ। ਉਹਨਾਂ ਦੇ ਨਾਂ ਵੀ ਇਤਿਹਾਸ ਵਿੱਚ ਆਉਂਦੇ ਨੇ, ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ, ਜੋ ਕਿ ਉੱਚੇ ਲੰਬੇ ਕੱਦ ਦੇ ਸਨ। ਉਹ ਗੜੀ ਦੇ ਗੇਟ ਕੋਲੇ ਨੇ। ਉਹਨਾਂ ਨੇ ਜਦੋਂ ਅੰਦਰ ਭੇਜਿਆ ਤਾਂ ਉਹ ਜਿਹੜਾ ਏਲਚੀ ਆਇਆ ਸੀ, ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਾਨ ਦੇ ਵਿਰੁੱਧ ਕੁਝ ਦੋ ਲਫ਼ਜ਼ ਬੋਲੇ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਗਰਜ ਕੇ ਇਹ ਗੱਲ ਕਹੀ ਕਿ ਇੱਕ ਲਫ਼ਜ਼ ਵੀ ਜੇ ਹੋਰ ਬੋਲਿਆ ਤਾਂ ਇਹ ਸਿਰ ਧੜ ਤੋਂ ਅਲੱਗ ਹੋ ਜਾਏਗਾ, ਫਿਰ ਨਾ ਕहीं ਦੱਸਿਆ ਨਹੀਂ। ਤੇ ਮਹਾਰਾਜ ਨੇ ਰੋਕਿਆ ਕਿ ਨਹੀਂ, ਜਿਹੜਾ ਏਲਚੀ ਹੁੰਦਾ ਉਹਦੇ ਤੇ ਵਾਰ ਨਹੀਂ ਕਰੀਦਾ, ਇਹ ਯੁੱਧ ਨੀਤੀ ਹੈ। ਉਹ ਜਦੋਂ ਵਾਪਸ ਗਿਆ, ਉਹਨੇ ਜਾ ਕੇ ਦੱਸਿਆ ਵਜੀਦ ਖਾਨ ਨੂੰ ਵੀ ਤੂੰ ਮੈਨੂੰ ਪੁੱਛਦਾ ਕਿ ਉਹ ਕਿਹੋ ਜਿਹੇ ਨੇ, ਤੂੰ ਮੈਨੂੰ ਪੁੱਛਦਾ ਉਹ ਅੰਦਰ ਕਿਹੋ ਜਿਹੇ ਨੇ ਸਿੰਘ, ਮੈਨੂੰ ਤੇ ਬਿਫਰੇ ਹੋਏ ਸ਼ੇਰ ਲੱਗੇ ਨੇ, ਮੈਨੂੰ ਡਰ ਆਇਆ ਉੱਥੇ, ਮੈਂ ਤੇ ਆਪਣੀ ਜਾਨ ਬਚਾ ਕੇ ਆਇਆ। ਉਹਨਾਂ ਦਾ ਪੁੱਤਰ ਬਾਬਾ ਅਜੀਤ ਸਿੰਘ, ਤੁਸੀਂ ਕਹਿੰਦੇ ਹੋ ਕਿ ਡਰੇ ਹੋਏ ਨੇ, ਡਰੇ ਨਹੀਂ ਹੋਏ, ਉੱਥੇ ਵਿਫਰੇ ਹੋਏ ਨੇ, ਉੱਥੇ ਗੁੱਸੇ ਵਿੱਚ ਨੇ, ਉੱਥੇ ਜੋਸ਼ ਵਿੱਚ ਨੇ, ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਜੇ ਬਚ ਸਕਦੇ ਹੋ ਤੇ ਪਿਛਾਂਹ ਹੋ ਗਏ, ਫੌਜਾਂ ਪਿੱਛੇ ਹਟੀਆਂ। ਹੁਣ ਉਹਨਾਂ ਨੇ ਇਹ ਸਲਾਹ ਕੀਤੀ ਵੀ ਕਿਉਂ ਨਾ ਇੱਕ ਵਾਰ ਹੱਲਾ ਬੋਲ ਦਈਏ, ਇਕੱਠਾ ਹੱਲਾ ਬੋਲ ਕੇ ਆਪਾਂ ਇਹ ਗੇਟ ਤੋੜ ਕੇ ਅੰਦਰ ਚਲੇ ਜਾਈਏ, ਕਿਉਂਕਿ ਮੈਨ ਪਾਵਰ ਬਹੁਤ ਹੈ, ਸਰਕਾਰੀ ਸਾਰਾ ਕੁਛ ਸਮਾਨ ਸੀ ਨਾਲ। ਹੁਣ ਪਹੁੰਚੇ ਹੋਏ ਜਦੋਂ ਇਸ ਗੱਲ ਦੇ ਉੱਤੇ ਤੇ ਵੇਖੋ ਹੱਲਾ ਬੋਲਿਆ। ਬਹੁਤੇ ਲੋਕ ਪੁੱਛਦੇ ਨੇ ਇਸ ਗੱਲ ਨੂੰ, ਮੈਂ ਇਹ ਚੀਜ਼ ਨੂੰ ਲੈ ਕੇ ਆਇਆ ਇਸ ਕਰਕੇ ਉਹਨਾਂ ਲੋਕਾਂ ਦੇ ਜਿਹੜੇ ਨਾਮ ਨੇ, ਨਵਾਬ ਹਦਾਇਤ ਖਾਨ, ਇਸਮਾਇਲ ਖਾਨ, ਫੁਲਾਦ ਖਾਨ, ਜ਼ਬਰਦਸਤ ਖਾਨ, ਅਸਮਾਨ ਖਾਨ, ਜਿਹੜਾ ਜ਼ਬਰਦਸਤ ਖਾਨ ਹੈ ਲਾਹੌਰ ਦਾ, ਇਹ ਸਾਰੇ ਜਰਨੈਲ ਨੇ ਜਿਹੜੇ ਆਪਣੇ ਨਾਲ 20-20, 30-30 ਹਜ਼ਾਰ ਫੌਜ ਲੈ ਕੇ ਆਏ ਨਾਲ। ਇਹ ਉਸ ਵੇਲੇ ਦੇ ਨਾਮੀ ਜਰਨੈਲ ਹੋਏ ਨੇ, ਜਿਨ੍ਹਾਂ ਨੂੰ ਮਹਾਰਾਜ ਜਾਣਦੇ ਨੇ, ਬਾਈ ਫੇਸ ਜਾਣਦੇ ਨੇ ਤੇ ਸਮਝਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਚਾਲ ਨੂੰ। ਤੇ ਜਦੋਂ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਨਾਲ ਹੀ ਮਹਾਰਾਜ ਨੇ ਫਿਰ ਇਸ਼ਾਰਾ ਕੀਤਾ ਕਿ ਇੱਕ ਚੀਜ਼ ਕਰੀਏ, ਇਸ ਲੜਾਈ ਨੂੰ ਆਪਾਂ ਲੰਬਾ ਸਮਾਂ ਲੈ ਸਕਦੇ ਹਾਂ। ਗੁਰੂ ਪਾਤਸ਼ਾਹ ਨੇ ਯੁੱਧ ਨੀਤੀ ਦੇ ਜਿਹੜੇ ਤਰੀਕੇ ਸਿੰਘਾਂ ਦਾ ਜਥਾ ਬਾਹਰ ਨਿਕਲਿਆ ਤਾਂ ਘਮਸਾਣ ਦਾ ਯੁੱਧ ਹੋਇਆ। ਉਹ ਯੁੱਧ ਇੰਨਾ ਜ਼ਬਰਦਸਤ ਸੀ ਕਿ ਇਤਿਹਾਸ ਲਿਖਦਾ ਹੈ ਕਿ ਘੋੜਿਆਂ ਦੇ ਟਾਪਾਂ ਦੇ ਪੈਰਾਂ ਦੀ ਮਿੱਟੀ ਜਿਹੜੀ ਉੱਡਦੀ ਸੀ ਨਾ, ਇੰਨਾ ਖੂਨ ਡੁੱਲਿਆ ਕਿ ਮਿੱਟੀ ਗਿੱਲ ਹੋ ਗਈ, ਧੂੜ ਉੱਡਣੀ ਬੰਦ ਹੋ ਗਈ। ਉਸ ਖੂਨ ਨਾਲ ਮਿੱਟੀ ਮਿੱਝ ਬਣ ਗਈ। 5-5 ਕਰਕੇ ਜਾਂਦੇ ਰਹੇ ਤਾਂ ਜਦੋਂ ਸਾਰਿਆਂ ਜਰਨੈਲਾਂ ਨੇ ਇਕੱਠਾ ਹੋ ਕੇ ਹੱਲਾ ਬੋਲਿਆ, ਉੱਪਰੋਂ ਵੇਖ ਰਹੇ ਨੇ ਮਹਾਰਾਜ ਮਮਟੀ 'ਚ ਖੜੇ
ਨਾਲ ਸਾਹਿਬਜ਼ਾਦੇ ਨੇ। ਭਾਈ ਦਇਆ ਸਿੰਘ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਨਾ ਇੱਥੋਂ ਚਲੇ ਜਾਓ। ਭਾਈ ਦਇਆ ਸਿੰਘ ਬੇਨਤੀ ਕਰਦੇ ਨੇ, ਹੋਰ ਸਿੰਘ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਜੀਓ, ਹੁਣ ਜਿਹੜਾ ਯੁੱਧ ਹੈ ਉਹ ਇੰਨਾ ਘਮਸਾਣ ਦਾ ਹੋਣਾ ਹੈ ਕਿ ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਸ ਗੜੀ ਚੋਂ ਨਿਕਲ ਜਾਓ। ਮਹਾਰਾਜ ਅਨਸੁਣੀ ਕਰੀ ਜਾਂਦੇ ਨੇ। ਜਦੋਂ ਤੀਜੀ ਵਾਰ ਕਿਹਾ ਭਾਈ ਦਇਆ ਸਿੰਘ ਨੇ ਤਾਂ ਗੁਰੂ ਸਾਹਿਬ ਅੱਖਾਂ ਲਾਲ ਕਰਕੇ ਭਾਈ ਦਇਆ ਸਿੰਘ ਵੱਲ ਬੋਲੇ, ਮੇਰੇ ਤੇ ਤੁਸੀਂ ਵੀ ਸਾਹਿਬਜ਼ਾਦੇ ਹੋ। ਇਹ ਜਿਹੜੇ ਸਿੰਘ ਸਾਰੇ ਨੇ ਮੇਰੇ ਸਾਹਿਬਜ਼ਾਦੇ ਨੇ, ਮੈਂ ਕਿਹੜੇ ਸਾਹਿਬਜ਼ਾਦੇ ਨੂੰ ਨਾਲ ਲੈ ਜਾਵਾਂ, ਦੱਸ ਤੋਂ ਦਿਓ, ਮੈਨੂੰ ਦੱਸ ਤੇ ਦਿਓ। ਤੇ ਨਾਲ ਹੀ ਮਹਾਰਾਜ ਨੇ ਪਾਸਾ ਪਲਟਿਆ, ਵੇਖੋ, ਤੇ ਉਹਨਾਂ ਨੂੰ ਦੱਸਦੇ ਨੇ ਕਿ ਵੇਖੋ ਮੈਦਾਨ ਦੇ ਯੁੱਧ ਵਿੱਚ ਗਿਰਜਾਂ ਤੁਰੀਆਂ ਫਿਰਦੀਆਂ ਉੱਪਰ, ਕਿਉਂਕਿ ਜਿੱਥੇ ਲੋਥਾਂ ਹੋਣਗੀਆਂ, ਜਿੱਥੇ ਡੈੱਡ ਬੋਡੀਜ਼ ਹੋਣਗੀਆਂ, ਉੱਥੇ ਗਿਰਜਾਂ ਬਹੁਤ, ਆਪਣੇ ਇੱਥੇ ਪਹਿਲਾਂ ਗਿਰਜਾਂ ਬਹੁਤ ਹੁੰਦੀਆਂ ਸੀ। ਉਹ ਵੇਖੋ ਉਹਨੂੰ ਧਿਆਨ ਪਾਇਆ ਤੇ ਵੱਡੇ ਸਾਹਿਬਜ਼ਾਦੇ ਨੇ ਇਜਾਜ਼ਤ ਮੰਗੀ ਕਿ ਪਿਤਾ ਜੀ ਮੈਨੂੰ ਇਜਾਜ਼ਤ ਦਿਓ। ਤੇ ਮਹਾਰਾਜ ਖੁਸ਼ ਹੋਏ ਕਿ 9 ਸਾਲ ਦੀ ਉਮਰ ਵਿੱਚ ਮੈਂ ਆਪਣੇ ਪਿਤਾ ਨੂੰ ਤੋਰਿਆ ਸੀ, ਅੱਜ 18 ਸਾਲ ਦੇ ਆਪਣੇ ਪੁੱਤਰ ਨੂੰ ਸਜਾ ਕੇ ਆਪਣੇ ਹੱਥੀਂ ਬਸਤਰਬੰਦ ਕਰਕੇ ਕਲਗੀ ਸਜਾ ਕੇ ਮੁੱਖ ਚੁੰਮ ਕੇ ਮੱਥਾ ਚੁੰਮ ਕੇ ਮਹਾਰਾਜ ਨੇ ਨਾਲ 8 ਸਿੰਘ ਭੇਜੇ। ਸਾਹਿਬਜ਼ਾਦੇ ਨਾਲ 8 ਸਿੰਘ ਨੇ ਤੇ ਉਹਨਾਂ ਵਿੱਚ 5 ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ। ਜਦੋਂ ਇਹ ਜਥਾ ਬਾਹਰ ਆਇਆ ਸਾਹਿਬਜ਼ਾਦੇ ਨੂੰ ਵੇਖ ਕੇ, ਕਿਉਂਕਿ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਢੀਲ ਡੌਲ ਜਿਹੜੀ ਸੀ ਨਾ ਉਹ ਬੜੀ ਤਕੜੀ ਸੀ। ਬੱਸੀ ਦੇ ਪਠਾਨ ਇਸ ਗੱਲ ਨੂੰ ਜਾਣਦੇ ਸੀ ਚੰਗੀ ਤਰ੍ਹਾਂ। ਬੱਸੀ ਦੇ ਪਠਾਨ ਇਸ ਤੋਂ 2 ਸਾਲ ਪਹਿਲਾਂ, ਉਦੋਂ ਇਹਨਾਂ ਦੀ ਉਮਰ 16 ਸਾਲ ਦੀ ਸੀ, ਇੱਕ ਡੋਲਾ ਚੁੱਕ ਲਿਆਏ ਬ੍ਰਾਹਮਣੀ ਦਾ। ਤਾਂ ਉਹ ਬ੍ਰਾਹਮਣ ਫਰਿਆਦੀ ਹੋਇਆ ਸੀ ਕਿ ਸਾਡਾ ਜੀ ਡੋਲਾ ਲੁੱਟ ਕੇ ਲੈ ਗਏ। ਬੱਸੀ ਦੇ ਪਠਾਣਾ ਕੋਲੋਂ ਆ ਕੇ ਆਨੰਦਪੁਰ ਸਾਹਿਬ ਤੋਂ 25 ਸਿੰਘਾਂ ਦੇ ਨਾਲ ਉਹਨਾਂ ਦੇ ਘਰੋਂ ਛੁਡਾ ਕੇ ਲੈ ਕੇ ਗਿਆ ਸੀ ਬਾਬਾ ਅਜੀਤ ਸਿੰਘ। ਤੇ ਨਾਲ ਹੀ ਉਹ ਡਰਮੇ ਕਿ ਕੋਈ ਸਾਡੀ ਕਿਤਾਬ ਵਿੱਚ ਤੇ ਕਿਤੇ ਲਿਖਿਆ ਨਹੀਂ ਕਿ ਪੁੱਤਰ ਨੂੰ ਪਿਤਾ ਆਪ ਸਜਾ ਕੇ ਮੈਦਾਨੇ ਜੰਗ ਵਿੱਚ ਭੇਜੇ। ਤੇ ਨਾਲ ਹੀ ਫਿਰ ਕੀ ਹੋਇਆ, ਮਾਰੋ ਮਾਰੋ ਦੀ ਆਵਾਜ਼ਾਂ ਸ਼ੁਰੂ ਹੋਈਆਂ ਕਿ ਪਕੜ ਲਓ, ਜੋ ਕੁਝ ਹੁੰਦਾ ਕਰ ਲਓ। ਹੁਣ ਇਹ ਗੱਲ ਤੁਹਾਨੂੰ ਦੱਸ ਦਈਏ, ਇਹ ਗੱਲ ਜੋ ਅਸੀਂ ਵੇਖਿਆ ਬਾਬਾ ਅਜੀਤ ਸਿੰਘ ਦੇ ਜੀਵਨ ਬਾਰੇ ਮੈਂ ਜਦੋਂ ਵੇਖਿਆ, ਬਚਪਨ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਉਹ ਕਰਮ ਮਸ਼ੱਕਤ ਕਰਦੇ ਨੇ। ਬਹੁਤ ਵਧੀਆ ਘੋੜਸਵਾਰ ਨੇ, ਬਹੁਤ ਵਧੀਆ ਤੀਰ ਅੰਦਾਜ਼ ਨੇ, ਨੇਜੇ ਦੇ ਮਾਹਰ ਸਨ ਤੇ ਬਾਣੀ ਕੰਠ ਸੀ। ਬਹੁਤ ਇਕਾਗਰਤਾ ਐਨੀ ਸੀ ਕਿ ਲਗਾਤਾਰ ਇੱਕ ਚੌਂਕੜੇ ਵਿੱਚ 2-2 ਦਿਨ 3-3 ਦਿਨ ਬੈਠ ਸਕਦੇ ਸੀ ਇਕਾਗਰਤਾ 'ਚ, ਸਿਮਰਨ ਵਿੱਚ, ਕਿਉਂਕਿ ਇਹ ਚੀਜ਼ਾਂ, ਇਹ ਬਰਕਤਾਂ ਜਿਹੜੀਆਂ ਨੇ ਸਿਮਰਨ ਤੋਂ ਹੀ ਮਿਲਦੀਆਂ ਨੇ ਸਾਰੀਆਂ। ਸਾਹਿਬਜ਼ਾਦੇ ਦੇ ਜਦੋਂ ਘੇਰਾ ਬਹੁਤ ਜ਼ਿਆਦਾ ਸਟਰੋਂਗ ਹੋਇਆ ਆਲੇ ਦੁਆਲੇ, ਤਾਂ ਮਹਾਰਾਜ ਨੇ ਤੀਰਾਂ ਦੀ ਵਿਛਾੜ ਕੀਤੀ। ਸਾਹਿਬਜ਼ਾਦਾ ਅੱਗੇ ਬਾਹੂ ਲਾਉਂਦੇ ਚਲੇ ਗਏ, ਆਲੇ ਦੁਆਲੇ ਲੋਥਾਂ ਦੇ ਢੇਰ ਲੱਗਦੇ ਨੇ। ਸਾਹਿਬਜ਼ਾਦੇ ਦੇ ਜਿਹੜੇ ਤੀਰ ਨੇ ਉਹ ਖਤਮ ਹੋਏ। ਬਰਛਾ ਚੁੱਕਿਆ, ਬਰਛੇ ਨਾਲ ਅਨੇਕਾਂ ਪਠਾਣਾਂ ਦੇ ਹਿਰਦੇ ਵਲੂੰਦਰੇ ਗਏ, ਅਨੇਕਾਂ ਪਠਾਣਾਂ ਦੇ ਸੀਨੇ ਚੀਰੇ। ਤੇ ਇੱਕ ਕਿਸੇ ਪਠਾਣ ਦੇ ਹਿੱਕ 'ਚ ਜਦੋਂ ਉਹ ਵੇਜਾ ਵੱਜਿਆ, ਉਹ ਮੁੜ ਕੇ ਵਾਪਸ ਨਹੀਂ ਆਇਆ, ਕਿਉਂਕਿ ਅਣੀ ਮੁੜ ਗਈ ਸੀ ਉਸਦੀ। ਉਹਨੂੰ ਵਿੱਚੇ ਹੀ ਛੱਡ ਕੇ ਕਿਰਪਾਨ ਕੱਢੀ, ਕਿਉਂਕਿ ਕਿਰਪਾਨ ਦੇ ਧਨੀ ਸਨ ਬਾਬਾ ਅਜੀਤ ਸਿੰਘ, ਤੇ ਸਫਾ ਵਿੱਚ ਚਲੇ ਗਏ। ਜਦੋਂ ਆਪਾਂ ਚਮਕੌਰ ਦੀ ਗੜੀ ਵਿੱਚ ਜਾਂਦੇ ਹਾਂ ਨਾ, ਉੱਥੇ ਵੇਖਦੇ ਹਾਂ ਕਿ 1.5 ਕਿਲੋਮੀਟਰ ਘੱਟ ਤੋਂ ਘੱਟ, ਪੌਣੇ 2 ਕਿਲੋਮੀਟਰ ਦੂਰ ਜਾ ਕੇ ਸ਼ਹੀਦ ਹੋਏ ਨੇ ਚਮਕੌਰ ਦੀ ਗੜੀ। ਮੈਂ ਜਾ ਕੇ ਆਇਆ, ਉਹਨੂੰ ਦੇਖਿਆ ਕਿ ਉੱਥੋਂ ਘੱਟ ਤੋਂ ਘੱਟ 1.5-2 ਕਿਲੋਮੀਟਰ ਪੈਂਦਾ। ਇੰਨੇ ਸਫਾ ਨੂੰ ਚੀਰਦੇ ਹੋਏ ਇੰਨੀ ਦੂਰ ਤੱਕ ਚਲੇ ਜਾਣਾ। ਇੱਕ ਨੇਜਾ ਇਹਨਾਂ ਦੇ ਘੋੜੇ ਨੂੰ ਵੱਜਿਆ, ਘੋੜਾ ਜ਼ਖਮੀ ਹੋਇਆ, ਡੈਥ ਹੋ ਗਈ ਉਸਦੀ, ਤੇ ਮਰ ਪੈਦਲ ਹੋ ਗਏ।
ਪੈਦਲ ਹੁੰਦਿਆਂ ਹੋਇਆਂ ਵੀ ਅਨੇਕਾਂ ਨੂੰ ਇਹ ਸੰਸਾਰ ਤੋਂ ਵਿਦਾ ਕਰਦੇ ਹੋਏ ਅਖੀਰ ਨੂੰ ਸ਼ਹੀਦ ਹੋਏ। ਤੇ ਇਤਿਹਾਸਕਾਰ ਲਿਖਦਾ ਹੈ ਕਿ ਹੁਣ ਤੱਕ ਕਿਸੇ ਵੀ ਸੂਰਮੇ ਦੇ ਇੰਨੇ ਫੱਟ ਨਹੀਂ ਬਚੇ। 392 ਫੱਟ ਸਨ। ਬਾਬਾ ਅਜੀਤ ਸਿੰਘ ਜਦੋਂ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦੇ ਸਰੀਰ ਦੇ ਉੱਤੇ 392 ਫੱਟ ਸਨ। ਜਦੋਂ ਸ਼ਹੀਦ ਹੋਏ, ਇਸ ਸ਼ਹਾਦਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪੁੱਤਰ ਦੀ ਸ਼ਹੀਦੀ ਨੂੰ ਮਮਟੀ ਤੇ ਖਲੋ ਕੇ ਅੱਖਾਂ ਨਾਲ ਵੇਖ ਰਹੇ ਨੇ। ਤੇ ਜਦੋਂ ਸਾਹਿਬਜ਼ਾਦਾ ਸ਼ਹੀਦ ਹੋਇਆ ਤਾਂ ਗੁਰੂ ਪਾਤਸ਼ਾਹ ਨੇ ਜੈਕਾਰਾ ਛੱਡਿਆ। ਗੁਰੂ ਪਾਤਸ਼ਾਹ ਦਾ ਛੱਡਿਆ ਹੋਇਆ ਜੈਕਾਰਾ ਵਜੀਦ ਖਾਨ ਦੀ ਹਿੱਕ ਨੂੰ ਚੀਰ ਗਿਆ ਕਿ ਕੋਈ ਆਪਣੇ ਪੁੱਤਰ ਦੀ ਸ਼ਹਾਦਤ ਤੇ ਵੀ ਜੈਕਾਰਾ ਛੱਡ ਦਿੰਦਾ ਹੈ। ਆਪਣੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਛੋਟੇ ਸਾਹਿਬਜ਼ਾਦੇ ਨੇ ਇਜਾਜ਼ਤ ਮੰਗੀ। ਛੋਟੇ ਸਾਹਿਬਜ਼ਾਦੇ ਦੀ ਜਿਹੜੀ ਉਮਰ ਹੈ ਉਹ 14 ਸਾਲ 8 ਮਹੀਨੇ ਤੇ 13 ਦਿਨ ਦੀ ਸੀ। ਬਾਬਾ ਜੁਝਾਰ ਸਿੰਘ ਦੀ ਉਮਰ 14 ਸਾਲ 8 ਮਹੀਨੇ 13 ਦਿਨ ਬਣਦੀ ਹੈ। ਘੋੜਾ ਵੀ ਨਹੀਂ, ਨਾਲ 5 ਪਿਆਰਿਆਂ ਵਿੱਚੋਂ 2 ਪਿਆਰੇ ਹਿੰਮਤ ਸਿੰਘ ਤੇ ਸਾਹਿਬ ਸਿੰਘ। 5 ਜਾਣੇ ਜਦੋਂ ਗੇਟ ਦਾ ਬੂਹਾ ਖੁੱਲਿਆ ਤੇ ਸਾਹਿਬਜ਼ਾਦੇ ਨੂੰ, ਕਿਉਂਕਿ ਹਜੇ ਬੱਚਾ ਹੈ, 14 ਸਾਲ ਦੀ ਉਮਰ ਹੈ, ਚੜ੍ਹਦੀ ਜਵਾਨੀ, ਤਾਂ ਪਠਾਨਾਂ ਨੇ ਕਿਹਾ ਕਿ ਜਿਉਂਦੇ ਨੂੰ ਫੜ ਲਓ। ਪਰ ਉਹ ਨਹੀਂ ਜਾਣਦੇ ਸਨ ਕਿ ਇਹ ਸ਼ੇਰ ਜਿਉਂਦਿਆਂ ਨਹੀਂ ਫੜੇ ਜਾ ਸਕਦੇ। ਜੋ ਵੀ ਨੇੜੇ ਆਇਆ ਝਟਕਾ ਦਿੱਤਾ ਗਿਆ। ਅਖੀਰ ਨੂੰ ਘੇਰਾ ਤੰਗ ਹੁੰਦਾ ਗਿਆ। ਉੱਤੋਂ ਗੁਰੂ ਪਾਤਸ਼ਾਹ ਮਮਟੀ ਤੋਂ ਵੇਖ ਰਹੇ ਨੇ ਗੱਲ, ਤੇ ਮਹਾਰਾਜ ਨੇ ਤੀਰਾਂ ਦੀ ਵਿਛਾੜ ਕੀਤੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਇਹ ਗੱਲ ਵੇਖਦੇ ਹਾਂ ਕਿ ਗੁਰੂ ਪਾਤਸ਼ਾਹ ਇੱਕ ਬਹੁਤ ਵੱਡੀ ਕਲਾ ਦੇ ਮਾਹਰ ਸਨ। 5 ਤੀਰ ਵੱਖਰੇ ਵੱਖਰੇ ਨਿਸ਼ਾਨਿਆਂ ਤੇ ਇੱਕੋ ਵਾਰੀ ਲਗਾ ਦਿੰਦੇ ਸੀ। ਮਹਾਰਾਜ ਨੇ ਤੀਰਾਂ ਦੀ ਵਿਛਾੜ ਹੋਈ। ਨੈਚੁਰਲੀ ਘੇਰਾ ਟੁੱਟ ਗਿਆ ਸਾਰਾ। ਸਾਹਿਬਜ਼ਾਦਾ ਤੀਰਾਂ ਦੀ ਛਾਂ ਥੱਲੇ ਮੈਦਾਨੇ ਜੰਗ ਦੇ ਵਿਚਕਾਰ ਗਿਆ। ਅਖੀਰ ਨੂੰ ਲੜਦਾ ਲੜਦਾ ਜਦੋਂ ਉੱਥੇ ਸ਼ਹਾਦਤ ਪਾ ਗਿਆ ਤੇ ਮਹਾਰਾਜ ਨੇ ਜੈਕਾਰਾ ਉਦੋਂ ਵੀ ਛੱਡਿਆ। ਸ਼ਾਮ ਹੋ ਚੁੱਕੀ ਸੀ। ਯੁੱਧ ਬੰਦ ਹੋਇਆ। ਯੁੱਧ ਬੰਦ ਹੋਇਆ ਤਾਂ ਆਪੋ ਆਪਣਾ ਸਮਾਨ ਸੰਭਾਲ ਰਹੇ ਨੇ। ਗੁਰੂ ਸਾਹਿਬਾਨ ਨੂੰ ਇਕੱਠੇ ਹੋ ਕੇ ਹੁਣ ਬਾਕੀ 10 ਸਿੰਘ ਬਚੇ। 40 ਵਿੱਚੋਂ 10 ਸਿੰਘ ਬਚੇ ਨੇ। ਭਾਈ ਦਇਆ ਸਿੰਘ ਨੇ ਕਿਹਾ ਕਿ ਮਹਾਰਾਜ ਜੀ, ਤੁਸੀਂ ਰਹੋਗੇ ਤੇ ਖਾਲਸਾ ਪੰਥ ਵੱਧਦਾ ਫੁੱਲਦਾ ਰਹੇਗਾ। ਇਸ ਕਰਕੇ ਸਾਡੀ ਬੇਨਤੀ ਹੈ, ਤੁਸੀਂ ਗੜੀ ਛੱਡ ਦਿਓ। ਮਹਾਰਾਜ ਨੇ ਕਿਹਾ ਕਿ ਨਹੀਂ ਭਾਈ, ਅਸੀਂ ਫੈਸਲਾ ਕਰ ਲਿਆ ਕਿ ਕੱਲ ਨੂੰ ਇਸੇ ਹੀ ਜੰਗ ਵਿੱਚ, ਮੈਦਾਨੇ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਨੀ ਹੈ। ਇਹ ਗੱਲਾਂ ਸਾਡੇ ਸਮਝਣ ਵਾਲੀਆਂ ਨੇ। ਇੱਥੇ ਆ ਕੇ ਜਿਹੜੇ ਇਹ ਸਿਧਾਂਤਾਂ ਨੂੰ ਸਮਝਦੇ ਨੇ, ਉਹ ਇਸ ਚੀਜ਼ ਨੂੰ ਪ੍ਰਾਪਤ ਕਰ ਲੈਂਦੇ ਨੇ। ਜਿਹੜੇ ਗੁਰੂ ਸਿਧਾਂਤ ਨੂੰ ਨਹੀਂ ਸਮਝੇ, ਉਹ ਫਿਰ ਕੋਲੂ ਦੇ ਬੈਲ ਹੀ ਨੇ, ਹੋਰ ਕੁਝ ਵੀ ਨਹੀਂ। 6ਵੇਂ ਪਾਤਸ਼ਾਹ, ਅਸੀਂ ਉਸ ਸਿਧਾਂਤ ਨੂੰ ਨਹੀਂ ਸਮਝੇ। ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਉੱਥੇ 2 ਨਿਸ਼ਾਨ ਸਾਹਿਬ ਲੱਗੇ ਨੇ, ਇੱਕ ਮੀਰੀ ਦਾ, ਇੱਕ ਪੀਰੀ ਦਾ। ਜਿਹੜਾ ਪੀਰੀ ਦਾ ਹਰਿਮੰਦਰ ਸਾਹਿਬ ਵਾਲੇ ਪਾਸੇ ਹੈ ਉਹ ਉੱਚਾ ਹੈ, ਤੇ ਜਿਹੜਾ ਮੀਰੀ ਦਾ ਉਹ ਨੀਵਾਂ ਹੈ। ਉੱਥੋਂ ਇਹ ਗੱਲ ਦਾ ਸੰਕੇਤ ਮਿਲਦਾ ਹੈ ਕਿ ਧਰਮ ਦਾ ਕੰਡਾ ਉੱਪਰ ਰੱਖਿਓ ਸਿਆਸਤ ਤੋਂ। ਜਿਸ ਦਿਨ ਸਿਆਸਤ ਧਰਮ ਦੇ ਉੱਪਰ ਹੋ ਜਾਏਗੀ, ਆ ਜਿਹੜਾ ਕੁਝ ਹੋ ਰਿਹਾ ਨਾ ਹਰ ਰੋਜ਼ ਬੇਅਦਬੀਆਂ, ਇੰਝ ਹੀ ਹੋਣਗੀਆਂ। ਜੇ ਸਿਆਸੀ ਲੋਕਾਂ ਨੂੰ ਤੁਸੀਂ ਅੱਗੇ ਲਾ ਲਓਗੇ, ਧਰਮ ਦਾ ਹਾਨੀ ਹੋਏਗੀ ਹੋਏਗੀ। ਅਸੀਂ ਇਸ ਮੀਰੀ ਪੀਰੀ ਨੂੰ ਨਹੀਂ ਸਮਝ ਸਕੇ। ਸਾਨੂੰ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਸੀ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਆਪੇ ਗੁਰਚੇਲਾ ਦਾ ਸਿਧਾਂਤ ਦਿੱਤਾ। ਅਸੀਂ ਅਜੇ ਤੱਕ ਇਹ ਵੀ ਨਹੀਂ ਸਮਝਾ ਸਕੇ ਕਿ ਗੁਰੂ ਸਿੱਖ, ਸਿੱਖ ਗੁਰੂ ਹੈ। ਗੁਰੂ ਦੇ ਬਖਸ਼ੇ ਹੋਏ ਇਸ ਬੋਲਾਂ ਨੂੰ ਭਾਈ ਦਇਆ ਸਿੰਘ ਨੇ ਫਿਰ ਲਾਗੂ ਕੀਤਾ ਕਿ ਸੱਚੇ ਪਾਤਸ਼ਾਹ ਜੀਓ, 5 ਪਿਆਰੇ ਚੁਣੇ, ਤੁਹਾਨੂੰ ਖਾਲਸਾ ਹੁਕਮ ਦਿੰਦਾ ਹੈ। ਪਹਿਲਾਂ ਬੇਨਤੀਆਂ ਕਰਦੇ ਸੀ ਨਾ,
ਕਹਿੰਦੇ ਹੁਣ ਖਾਲਸਾ ਹੁਕਮ ਦਿੰਦਾ ਕਿ ਤੁਸੀਂ ਗੜੀ ਖਾਲੀ ਕਰ ਦਿਓ। ਤੇ ਗੁਰੂ ਖਾਲਸੇ ਅੱਗੇ ਸਿਰ ਝੁਕਾਉਂਦਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਸਾਨੂੰ ਇੰਨੀਆਂ ਬਖਸ਼ਿਸ਼ਾਂ ਸਤਿਗੁਰਾਂ ਨੇ ਦਿੱਤੀਆਂ ਨੇ ਜੇ ਅਸੀਂ ਖਾਲਸਾ। ਤੇ ਨਾਲੇ ਵੀ ਕਿਹਾ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਦਲੇਰੀ ਹੈ, ਨਿਰਭੈਤਾ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਤੇ ਨਾਲ ਫਿਰ ਕਿਹਾ ਕਿ ਠੀਕ ਹੈ ਤੁਹਾਡਾ ਹੁਕਮ ਸਿਰ ਮੱਥੇ, ਪਰ ਮੈਂ ਚੁੱਪ ਕਰਕੇ ਨਹੀਂ ਜਾਣਾ। ਇੱਥੋਂ ਲੋਕ ਕਹਿਣਗੇ ਕਿ ਗੁਰੂ ਉੱਥੋਂ ਚੁੱਪ ਕਰਕੇ ਨਿਕਲ ਗਿਆ। ਕਹਿੰਦੇ ਜੀ ਜਿਸ ਤਰ੍ਹਾਂ ਤੁਸੀਂ ਜਾਣਾ ਹੈ, ਜਿਸ ਤਰ੍ਹਾਂ ਤੁਹਾਡਾ ਹੁਕਮ ਹੈ, ਅਸੀਂ ਤੁਹਾਡੇ ਨਾਲ ਆ, ਪਰ ਗੜੀ ਖਾਲੀ ਕਰ ਦਿਓ, ਬਸ ਇੱਕੋ ਗੱਲ ਹੈ। ਇਹ ਹੁਣ ਤੁਹਾਡਾ ਉਹ ਹੈ ਕਿ ਤੁਸੀਂ ਕਿਸ ਤਰ੍ਹਾਂ ਜਾਣਾ ਹੈ, ਉਹਦੇ ਵਿੱਚ ਸਾਡਾ ਕੋਈ ਹੱਕ ਨਹੀਂ ਹੋਏਗਾ, ਪਰ ਖਾਲਸੇ ਦਾ ਹੁਕਮ ਹੈ ਕਿ ਤੁਸੀਂ ਇਹ ਗੜੀ ਖਾਲੀ ਕਰ ਦਿਓ। ਅੱਜ ਰਾਤ ਨੂੰ, ਅੱਧੀ ਰਾਤ ਨੂੰ ਗੁਰੂ ਪਾਤਸ਼ਾਹ ਗੜੀ ਦੀ ਮਮਟੀ ਉੱਪਰ ਗਏ ਤੇ ਨਰਸਿੰਘਾ ਵਜਾਇਆ। ਨਰਸਿੰਘਾ ਵਜਾਉਣ ਦਾ ਮਤਲਬ ਹੈ ਕਿ ਹਮਲਾ ਹੋਣ ਵਾਲਾ ਹੈ। ਸੁੱਤੀ ਹੋਈ ਫੌਜ ਉੱਪੜ ਵਾਹੇ ਉੱਠੀ ਜਦੋਂ ਨਰਸਿੰਘਾ ਵੱਜਿਆ। ਤੇ ਦੋ ਸਿੱਖਾਂ ਨੂੰ ਨਾਲ ਲੈ ਕੇ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ, ਮਹਾਰਾਜ ਹਿੰਮਤ ਸਿੰਘ ਨਾਲ। ਇਸ ਕਰਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ, ਤਿੰਨ ਸਿੰਘਾਂ ਨੂੰ ਨਾਲ ਲੈ ਕੇ ਚੌਥੇ ਆਪ ਨੇ ਇੱਕ ਵਿਉਂਤ ਦੱਸੀ ਕਿ ਚਾਰਾਂ ਨੇ ਵੱਖਰੇ ਵੱਖਰੇ ਦਿਸ਼ਾਵਾਂ ਵਿੱਚ ਜਾਣਾ ਹੈ। 100 ਕਦਮ ਤੇ ਜਾ ਕੇ ਤਾੜੀ ਮਾਰਨੀ। ਮਹਾਰਾਜ ਟਿੱਬੇ ਉੱਪਰ ਗਏ। ਟਿੱਬੇ ਉੱਪਰ ਜਾ ਕੇ ਜਦੋਂ ਤਾੜੀ ਵੱਜੀ, ਚਾਰੇ ਪਾਸਿਆਂ ਤੋਂ ਇਕੱਠੀ ਤਾੜੀ ਵੱਜਦੀ ਹੈ ਤੇ ਚਾਰੇ ਪਾਸਿਆਂ ਤੋਂ ਇੱਕੋ ਬੋਲ ਆਇਆ, ਹਿੰਦੇ ਪੀਰ ਰਵੰਤ। ਹਿੰਦੂਆਂ ਦਾ ਪੀਰ ਚੱਲਿਆ। ਫਾਰਸੀ ਦਾ ਲਫ਼ਜ਼ ਹੈ ਹਿੰਦ ਪੀਰ ਰਵੰਤ। 3 ਵਾਰ ਕਿਹਾ। ਹੁਣ ਵੇਖੋ ਉੱਪੜ ਵਾਹੇ ਉੱਠੀਆਂ ਫੌਜਾਂ, ਮਾਰ ਲਓ ਦੀਆਂ ਆਵਾਜ਼ਾਂ ਚੱਲ ਪਈਆਂ। ਜਿੱਧਰ ਨੂੰ ਕਿਸੇ ਦਾ ਮੂੰਹ ਹੁੰਦਾ ਹੋ ਗਿਆ, ਹਨੇਰਾ ਦੂਰ ਤੱਕ। ਮਛਾਲ ਜੀ ਅੱਗੇ ਦਿਖਾਉਂਦਾ ਆ ਰਿਹਾ, ਅੱਗੇ ਮਸਾਲ ਬਣਦੀ ਆ ਰਹੀ ਹੈ ਤੇ ਮਹਾਰਾਜ ਨੇ ਆਪਣੇ ਤੀਰ ਨਾਲ ਮਸਾਲ ਜੀ ਦਾ ਗੁੱਟ ਵੱਢ ਦਿੱਤਾ। ਤੇ ਉਸ ਹਨੇਰੇ ਚੋਂ ਮਹਾਰਾਜ ਸਫਾ ਵਿੱਚ ਨਿਕਲ ਗਏ। ਜਦੋਂ ਇਸ ਗੱਲ ਦਾ ਜ਼ਿਕਰ ਜਿਹੜਾ ਮਹਾਰਾਜ ਨੇ ਜ਼ਫਰਨਾਮੇ ਵਿੱਚ ਕਰਦੇ ਨੇ, ਔਰੰਗਜ਼ੇਬ ਨੂੰ ਦੱਸਦੇ ਨੇ ਕਿ ਤੇਰੀ ਫੌਜ ਮੇਰਾ ਕੁਝ ਨਾ ਵਿਗਾੜ ਸਕੀ, ਕਿਉਂਕਿ ਅਕਾਲ ਪੁਰਖ ਦਾ ਮੇਰੇ ਸਿਰ ਤੇ ਹੱਥ ਸੀ। ਤੇਰੀ ਫੌਜ ਮੇਰਾ ਕੁਝ ਨਹੀਂ ਵਿਗਾੜ ਸਕੀ। ਤੇ ਮਹਾਰਾਜ ਉਸ ਸਫਾ ਤੋਂ ਪਾਰ ਹੋ ਗਏ। ਸਵੇਰੇ ਦਿਨ ਚੜਿਆ। ਉਹ ਕੀ ਵੇਖਦੇ ਨੇ ਕਿ ਮਮਟੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਨੇ। ਫੌਜ ਨੇ ਕਿਹਾ ਕਿ ਰਾਤ ਤੇ ਵੈਸੇ ਕੋਈ ਝਗੜਾ ਖੜਾ ਹੋ ਗਿਆ ਹੋਣਾ, ਆਪਾਂ ਨੂੰ ਪਤਾ ਨਹੀਂ ਲੱਗਿਆ। ਗੁਰੂ ਤੇ ਬੈਠਾ ਹੈ ਉੱਤੇ, ਕਿਉਂਕਿ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਤੋੜਾ ਪੁਸ਼ਾਕ ਦੇ ਗਏ ਸਨ। ਭਾਈ ਸੰਗਤ ਸਿੰਘ ਦੀ ਜਿਹੜੀ ਸ਼ਕਲ ਸੂਰਤ ਸੀ, ਕੱਦ ਕਾਠ ਸੀ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਮਿਲਦਾ ਜੁਲਦਾ ਸੀ। ਕਿਉਂਕਿ ਸਿੱਖਾਂ ਦੇ ਚਿਹਰੇ ਨੇ ਨਾ ਜਿਹੜੇ, ਉਹ ਗੁਰੂ ਨਾਲ ਬਹੁਤ ਮਿਲਦੇ ਨੇ। ਜਿਹੜੇ ਸਿੱਖ ਨੇ, ਗੁਰੂ ਕੇ ਪਿਆਰੇ ਨੇ, ਰਤੀਆਂ ਰੂਹਾਂ ਨੇ ਜਿਹੜੀਆਂ। ਗੇਟ ਖੁੱਲਿਆ। 10 ਦੇ 10 ਸਿੰਘ ਜਦੋਂ ਬਾਹਰ ਆਏ, ਘਮਸਾਣ ਦਾ ਯੁੱਧ ਹੋਇਆ। ਉਸ ਯੁੱਧ ਦੇ ਵਿੱਚ ਭਾਈ ਹਿੰਮਤ ਸਿੰਘ ਜਦੋਂ ਚੜ੍ਹਾਈ ਕਰ ਗਏ ਤੇ ਵੇਖੋ ਉੱਥੇ ਜਕਾਰੇ ਗੂੰਜ ਗਏ ਕਿ ਅਸੀਂ ਗੁਰੂ ਮਾਰ ਲਏ। ਉਹ ਜਦੋਂ ਖੁਸ਼ੀਆਂ ਮਨਾਉਂਦੇ, ਭਾਈ ਸੰਗਤ ਸਿੰਘ ਦਾ ਸਿਰ ਵੱਢ ਕੇ ਜਦੋਂ ਸੂਬੇ ਤੇ ਪੇਸ਼ ਕੀਤਾ ਤੇ ਬੜੀ ਖੁਸ਼ ਹੋਏ ਕਿ ਅਸੀਂ ਗੁਰੂ ਦਾ ਸਿਰ ਲੈ ਕੇ ਆਏ। ਤਾਂ ਉੱਥੋਂ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਮੁਸਲਮਾਨ ਸਨ, ਕਿਉਂਕਿ ਗੁਰੂ ਸਾਹਿਬ ਕੋਲ ਜਾਂਦੇ ਰਹਿੰਦੇ ਸੀ, ਉਹਨਾਂ ਨੇ ਜਦੋਂ ਗੌਰ ਨਾਲ ਵੇਖਿਆ ਤਾਂ ਉਹਨੇ ਕਿਹਾ ਨਹੀਂ ਜੀ, ਇਹ ਗੁਰੂ ਗੋਬਿੰਦ ਸਿੰਘ ਦਾ ਨਹੀਂ, ਇਹ ਤੇ ਉਹਨਾਂ ਦੇ ਸਿੱਖ ਦਾ ਹੈ। ਨਿਰਾਸ਼ਾ ਹੋਈ। ਫਿਰ ਭੱਜੋ ਦੌੜੋ ਹੋਈ, ਫਿਰ ਭੱਜ ਦੌੜ ਗਏ। ਅਜੇ ਉੱਥੇ ਹੀ ਬੈਠੇ ਸਨ, ਕਿਸੇ ਨੇ ਏਲਚੀ ਨੇ ਆ ਕੇ ਖਬਰ ਦਿੱਤੀ ਕਿ ਗੁਰੂ ਦੀ ਮਾਤਾ ਤੇ ਉਹਨਾਂ ਦੇ ਛੋਟੇ ਪੁੱਤਰ ਕੈਦ ਕਰ ਲਏ ਗਏ ਨੇ। ਕਿਉਂਕਿ ਮਾਤਾ ਇੱਕ ਰਾਤ ਮਾਛੀ ਉਮੇ ਦੇ ਘਰ ਰਹੇ। ਉੱਥੋਂ ਜਦੋਂ ਪਤਾ ਲੱਗਿਆ ਗੰਗੂ ਨੂੰ, ਕਿਉਂਕਿ ਗੰਗੂ ਰਸੋਈਆ ਸੀ, ਉਹ ਆ ਕੇ ਮਾਤਾ ਨੂੰ ਬੜੇ ਪਿਆਰ ਨਾਲ, ਐਸੀ ਕੋਈ ਗੱਲ ਨਹੀਂ, ਉਦੋਂ ਤੱਕ ਉਹ ਠੀਕ ਸੀ,
ਬੱਚੇ ਉਹਦੇ ਹੱਥਾਂ 'ਚ ਖੇਡੇ ਸਨ, ਬੱਚਿਆਂ ਨੂੰ ਪਿਆਰ ਕਰਦਾ ਸੀ, ਸਾਰੇ ਜਾਣਦੇ ਸਨ ਇੱਕ ਦੂਜੇ ਨੂੰ। ਘਰ ਲੈ ਕੇ ਗਿਆ, ਘਰ ਲੈ ਕੇ ਜਦੋਂ ਗਿਆ ਤਾਂ ਪਰਖੇ ਜਾਣ ਸੱਜਣ, ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ। ਪਰਖੇ ਤਾਂ ਉਦੋਂ ਹੁੰਦੀ ਨਾ ਜਦੋਂ ਵਕਤ ਆਉਂਦਾ ਹੈ। ਤਾਂ ਬਾਹਰ ਅਨਾਉਂਸਮੈਂਟ ਹੋ ਰਹੀ ਸੀ ਕਿ ਗੁਰੂ ਸਾਹਿਬਾਨ ਦੇ ਪਰਿਵਾਰ ਨੂੰ, ਉਹਨਾਂ ਦੇ ਕਿਸੇ ਵੀ ਜੀਅ ਨੂੰ ਜਿਹੜਾ ਕੋਈ ਪਨਾਹ ਦੇਗਾ ਉਹਦਾ ਕਣ ਬੱਚਾ ਪੀੜ ਦਿੱਤਾ ਜਾਏਗਾ, ਜਿਹੜਾ ਉਹਨਾਂ ਬਾਰੇ ਕੋਈ ਸੂਹ ਦੇਗਾ, ਜਿਹੜਾ ਉਹਨਾਂ ਨੂੰ ਫੜਾਏਗਾ, ਉਹਨੂੰ ਸਰਕਾਰ ਵੱਲੋਂ ਇਨਾਮ ਮਿਲੇਗਾ। ਦੋ ਚੀਜ਼ਾਂ ਹੋ ਗਈਆਂ, ਲਾਲਚ ਆ ਗਿਆ। ਬਾਣੀ 'ਚ ਮਹਾਰਾਜ ਦੱਸਦੇ, ਲੋਭੀ ਕਾ ਵਸਾ ਨ ਕੀਚੈ ਜੇ ਕਾ ਪਾਰ ਵਸਾਏ। ਜਦੋਂ ਮਨ ਲੋਭ ਦੇ ਅਧੀਨ ਆ ਜਾਏ ਨਾ, ਉਦੋਂ ਸਾਰਾ ਕੁਝ ਹੀ ਸਾਫ਼ ਹੋ ਜਾਂਦਾ ਹੈ। ਲੋਭ ਆ ਗਿਆ ਕਿ ਨਾਲੇ ਤਾਂ ਇਹ ਪੈਸੇ ਮੇਰੇ ਹੋ ਜਾਣਗੇ, ਨਾਲੇ ਮੈਨੂੰ ਗੌਰਮੈਂਟ ਵੱਲੋਂ ਪੈਸੇ ਹੋ ਮਿਲਣਗੇ, ਨਾਲੇ ਮੈਨੂੰ ਕੋਈ ਅਹੁਦਾ ਵੀ ਮਿਲ ਸਕਦਾ ਹੈ। ਇਹ ਲਾਲਚ ਨਹੀਂ, ਲਾਲਚ ਆਇਆ ਮਨ ਵਿੱਚ। ਰਾਤ ਨੂੰ ਬੱਚੇ ਸੁੱਤੇ ਹੋਏ ਨੇ, ਮਾਤਾ ਤੱਕੀ ਸੀ, ਕਿਉਂਕਿ 75 ਸਾਲ ਤੋਂ 80 ਸਾਲ ਦੇ ਨਜ਼ਦੀਕ ਮਾਤਾ ਦਾ ਉਮਰ ਹੈ। ਇੰਨਾ ਪੈਂਡਾ ਕਰਕੇ ਆਉਣਾ, ਉਹਨੇ ਪੈਸੇ ਚੁੱਕੇ ਖੁਰਜੀ, ਮਾਤਾ ਨੇ ਵੇਖ ਲਿਆ, ਮਾਤਾ ਜਾਗਦੇ ਸੀ, ਤੇ ਨਾਲੇ ਉਹਨੂੰ ਕਿਹਾ ਕਿ ਭਾਈ ਜੇ ਤੂੰ ਇੰਝ ਚੁੱਕਣਾ ਸੀ, ਚੋਰੀ ਉਹ ਕਰਨੀ ਸੀ, ਤੂੰ ਮੰਗ ਹੀ ਲੈਣਾ, ਤੂੰ ਵੀ ਮੇਰੇ ਪੁੱਤਰਾਂ ਵਰਗਾ ਹੀ ਹੈ, ਕੋਈ ਗੱਲ ਨਹੀਂ, ਤੂੰ ਲੈ ਲੈ ਤੇ ਅਸੀਂ ਲੈ ਲੈ, ਕੋਈ ਗੱਲ ਨਹੀਂ, ਅਸੀਂ ਤੇਰੇ ਕੋਲੇ ਆ ਗਏ, ਤੇਰੇ ਘਰੇ ਬੈਠੇ ਹਾਂ, ਕੋਈ ਗੱਲ ਨਹੀਂ। ਉਹ ਕਹਿੰਦਾ ਨਹੀਂ, ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ, ਉਲਟਾ ਹੋ ਗਿਆ ਨਾ ਕੰਮ। ਤੇ ਨਾਲ ਹੀ ਕਹਿੰਦਾ ਵੀ ਮੈਂ ਹੁਣੀ ਜਾ ਕੇ ਫੜਾਉਣਾ। ਉਹ ਗਣੀ ਖਾਂ ਤੇ ਮਾਨੀ ਖਾਂ ਜਿਹੜੇ ਉੱਥੋਂ ਦੇ ਪਠਾਨ ਸਨ ਮਰਿੰਡੇ ਦੇ, ਉਹਨਾਂ ਨੂੰ ਲੈ ਆਇਆ ਜਾ ਕੇ, ਤੇ ਜਾ ਕੇ ਕਿਹਾ ਕਿ ਆਓ ਤੁਹਾਨੂੰ ਮੈਂ ਫੜਾਉਣਾ। ਉਹ ਮੈਨੂੰ ਲੱਭੇ ਸੀ, ਮੈਂ ਆਪਣੇ ਪਿਆਰ ਨਾਲ ਘਰ ਲੈ ਆਇਆ, ਤੇ ਇਸ ਕਰਕੇ ਆਓ ਤੁਸੀਂ ਮੇਰਾ ਨਾਮ ਮੈਨੂੰ ਦਿਓ। ਉਹ ਹੁਣ ਲੈ ਕੇ ਜਾਂਦੇ ਨੇ, ਤੇ ਲੋਕਾਂ ਨੇ ਕਿਹਾ ਕਿ ਗੰਗੂਆ ਇਹ ਤੂੰ ਕੰਮ ਮਾੜਾ ਕੀਤਾ ਹੈ, ਇਹ ਕੰਮ ਤੂੰ ਮਾੜਾ ਕੀਤਾ ਹੈ, ਇਹ ਬੱਚੇ ਨੇ, ਮਾਸੂਮ ਨੇ, ਹੁਣ ਬੱਚਿਆਂ ਨੂੰ ਕੀ ਪਤਾ ਹੈ, ਨਾਲੇ ਨਿਰਭੈਤਾ ਵਿੱਚ ਰਹੇ। ਜਿਸ ਬੱਚੇ ਨੇ ਕਦੇ ਝਿੜਕੀ ਨਾ ਖਾਧੀ ਹੋਵੇ, ਕਦੇ ਨਿਡਰ ਸਨ ਬੱਚੇ, ਉਹ ਖੁਸ਼ੀ ਖੁਸ਼ੀ ਖੇਡ ਦੇ ਨਾਲ ਜਾ ਰਹੇ ਨੇ। ਮਾਤਾ ਨੂੰ ਪਤਾ ਹੈ ਕਿ ਹੁਣ ਕੀ ਹੋਏਗਾ। ਇੱਕ ਰਾਤ ਮੁਰਿੰਡੇ ਰਹੇ, ਥੱਲੇ ਕੋਈ ਚਾਦਰ ਨਹੀਂ, ਠੰਡਾ ਫਰਸ਼ ਹੈ, ਉੱਥੇ ਰਾਤ ਕੱਟੀ। ਆਪਾਂ ਨੂੰ ਪਤਾ ਹੈ ਕਿ ਮੁਰਿੰਡੇ ਇੱਕ ਰਾਤ ਮੁਰਿੰਡੇ ਰਹੇ। ਸੋ ਜਦੋਂ ਉੱਥੋਂ ਮੁਰਿੰਡਿਆਂ ਤੋਂ ਫਿਰ ਬਹੁਤੇ ਲੋਕ ਇਹ ਗੱਲ ਲਿਖਦੇ ਆ ਕਿ ਤੁਰ ਕੇ ਲੈ ਕੇ ਗਏ, ਬਹੁਤੇ ਲੋਕ ਇਹ ਲਿਖਦੇ ਆ ਕਿ ਗੰਡਿਆਂ ਤੇ ਬਿਠਾ ਕੇ ਲੈ ਕੇ ਗਏ, ਕਿਉਂਕਿ ਦੂਨਾ ਸਿੰਘ ਹੰਡੂਰੀਆ ਇਹ ਲਿਖਦਾ ਹੈ ਕਿ ਉਹਨਾਂ ਨੂੰ ਮੁਰਿੰਡੇ ਤੋਂ ਬੱਸੀ ਤੱਕ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਗਈਆਂ। ਇਹ ਜਿਹੜਾ ਇਤਿਹਾਸ ਹੈ ਅੱਜ ਦਾ, ਇਹ ਚਮਕੌਰ ਦੀ ਗੜੀ ਦਾ, ਇਹ ਵਰਲਡ ਲੈਵਲ ਤੱਕ ਹੈ ਜੀ। ਇਸ ਲੈਵਲ ਨੂੰ ਵੇਖਦਿਆਂ ਹੀ ਸਾਰਾ ਗੜੀ ਦਾ ਇਤਿਹਾਸ ਹੋਇਆ ਸੀ। ਸਾਰਾ ਗੜੀ ਦੇ ਵਿੱਚ ਵੀ ਸਿੱਖ ਬਟਾਲੀਅਨ ਦੇ 21 ਸਿੰਘਾਂ ਨੇ 10,000 ਪਠਾਣਾਂ ਦੇ ਚੁੱਕੇ ਛੜਾਏ ਸੀ। ਉਹ ਚੌਂਕੀ ਨਹੀਂ ਛੱਡੀ ਸੀ। ਉਸ ਨੂੰ ਵੀ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਇਆ ਜਾਂਦਾ ਹੈ, ਸਾਰਾ ਗੜੀ ਦਾ ਇਤਿਹਾਸ। ਮੇਰੇ ਖਿਆਲ ਸਾਡੇ ਅੱਧਿਆਂ ਲੋਕਾਂ ਨੂੰ ਨਹੀਂ ਪਤਾ ਕਿ ਸਾਰਾ ਗੜੀ 'ਚ ਕੀ ਹੋਇਆ ਸੀ। ਇਸ ਕਰਕੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰ ਦਿੰਦੀਆਂ ਨੇ, ਉਹ ਖਤਮ ਹੋ ਜਾਂਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸੰਭਾਲ ਕੇ ਰੱਖਦੀਆਂ ਨੇ, ਆਪਣੇ ਇਸ ਖਜ਼ਾਨੇ ਨੂੰ ਸੰਭਾਲ ਕੇ ਰੱਖਦੀਆਂ ਨੇ, ਉਹ ਕੌਮਾਂ ਜਿੰਦੀਆਂ ਰਹਿੰਦੀਆਂ ਨੇ। ਅਗਰ ਜਿੰਦਾ ਰਹਿਣਾ ਚਾਹੁੰਦੇ ਹੋ, ਆਪਣੇ ਇਤਿਹਾਸ ਨੂੰ ਨਾ ਕਦੇ ਭੁੱਲਿਓ, ਆਪਣੇ ਇਤਿਹਾਸ ਨੂੰ ਸੰਭਾਲਿਓ। ਇਹ ਨਾਲ ਚੇਤੇ ਰੱਖਿਓ ਕਿ ਅਸੀਂ ਅਜੀਤ ਤੇ ਜੁਝਾਰ ਦੇ ਭਰਾ ਹਾਂ, ਅਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ, ਅਸੀਂ ਵਿਕਣ ਵਾਲੇ ਨਹੀਂ, ਅਸੀਂ ਅਣਖਾਂ ਦੇ ਰਾਖੇ ਹਾਂ। ਅਸੀਂ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪਿਆ ਹੋਇਆ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਤਾਂ ਕਿਸੇ ਚੀਜ਼ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਦੁਨੀਆ ਦੇ ਪਦਾਰਥਾਂ 'ਚ, ਦੁਨੀਆ ਦੇ ਅਹੁਦਿਆਂ ਨਾਲ ਕੋਈ ਪ੍ਰਾਪਤੀ ਨਹੀਂ ਹੋਈ। ਸੁੱਖ ਨਾਹੀ ਬਹੁਤਾ ਧਨ ਖਾਟੇ ਹੈ। ਸਾਡਾ ਪਿਤਾ ਇਹੋ ਜਿਹਾ ਹੈ, ਸਾਨੂੰ ਮਾਣ ਹੋਣਾ ਚਾਹੀਦਾ ਹੈ। ਤੇ ਅਸੀਂ ਉਸ ਪਿਤਾ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀਓ, ਸਾਡੇ ਤੇ ਵੀ ਕਿਰਪਾ ਕਰੋ, ਇਨਾਮ ਦੀ ਦਾਤ ਸਾਡੀ ਝੁਲੀ ਪਵੇ, ਤਾਂ ਕਿ ਅਸੀਂ ਇਹ ਆਪਣਾ ਜਨਮ ਜਿਹੜਾ ਹੈ ਸਫਲ ਕਰ ਸਕੀਏ। ਹੋਈਆਂ ਫੁੱਲਾਂ ਦੀ ਖੇਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
उस स्थान पर अपने आप में लै जाइए जिथे गुरु साहब जी के लाल बाबा अजीत सिंह जुझार सिंह शहीद होए पे ने ते पिता गड़ी विचों देख रहे ने दोनों पुत्र शहीद होए पे ने ते उस अकाल पुरख का शुकराना कर रहे हैं। तेरा किया मीठा लागे हर नाम पदार्थ नाम। आओ सारी प्यार ना पढ़िए। तेरा किया मीठा लागे हर नाम पदार्थ नानक मांगे। तेरा किया मीठा लागे तेरा किया मीठा लागे हर नाम पदार्थ नानक मांगे।
संगत मिल जुड़ के ਆਪਾਂ ਅਨੰਦ ਸਾਹਿਬ ਦੇ ਜਾਪ ਕਰੀਏ। ਸੋ ਥੋੜੇ ਸਮੇਂ ਦੀ ਗੱਲ ਹੈ, ਇਕਾਗਰਤਾ ਬਣਾ ਕੇ ਰੱਖਣੀ ਹੈ। ਬੜਾ ਹੀ ਸਹਿਯੋਗ ਦਿੱਤਾ ਹੈ ਸੰਗਤ ਨੇ, ਜੋ ਅੱਜ ਬੜੀ ਹੀ ਇਕਾਗਰਤਾ ਬਣਾ ਕੇ ਰੱਖੀ ਹੈ। ਤਾਂ ਹੀ ਆਨੰਦ ਬਣਦਾ ਜਦੋਂ ਸੰਗਤ ਵੀ ਸੁਣਨ ਵਾਲੀ ਹੋ। ਸੋ ਬੜਾ ਧੰਨਵਾਦ ਹੈ ਸੰਗਤ ਦਾ ਵੀ, ਜਿਨ੍ਹਾਂ ਨੇ ਇਕਾਗਰਤਾ ਬਣਾ ਕੇ ਰੱਖੀ ਹੈ। तो आओ आनंद ਸਾਹਿਬ ਦੀ ਪੌੜੀ महला जा आनंद सतगुरु प्रसाद आनंद पिया मेरी माए सतगुरु मैं पाया सतगुरु पाया सहज सिद्धि मनिया बनाया राज रतन परवार भैया का बढ़िया जब तो राम होई गया मन की मसाया कह नानक नानक हुआ सतगुरु मैं पाया
ਵਾਹਿਗੁਰੂ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋ ਨੌਨ ਜਾਣੇ ਮੇਰਾ। ਤਿੰਨੇ ਤਾਪ ਨਿਵਾਰਨ ਹਾਰਾ ਦੁਖਨ ਕਾ ਸੁਖ ਰਾਸ। ਤਾਕੋ ਬਿਗਨ ਨਾ ਕੋ ਲਾਗੈ ਜਾ ਕੀਤਾ ਭਾਗਿ ਅਰਦਾਸ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਅੰਗਦ ਤੇ ਗੁਰ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੂੰ ਨਿਦਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਜੁਗ ਜੁਗ ਅਟਲ। ਬਾਣੀ ਕੇ ਬੋਹਿ ਚਵ ਤਖਤ ਦੇ ਮਾਲਕ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਤੇ ਉਪਦੇਸ਼ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹਾਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਤ ਕੀਤਾ। ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ। ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜੀ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀਓ। ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ